ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਰੰਧਾਵਾ ਜੀ। ਮਨਪ੍ਰੀਤ ਜੀ, ਇੱਕ ਵੱਡਾ ਰਣਨੀਤੀਕਾਰ ਕਾਂਗਰਸ ਦੀ ਬੇੜੀ ਬੰਨੇ ਲਾਉਂਦਾ ਲਾਉਂਦਾ ਡੋਬਣ ਤੇ ਆ ਗਿਆ, ਤੇ ਜੇ ਦੂਜੇ ਬੰਨੇ ਇੱਕ ਵੱਡੀ ਅਖਬਾਰ ਦੀ ਮੰਨੀਏ ਤਾਂ ਅਕਾਲੀ ਲੀਡਰਸ਼ਿਪ ਨੇ ਆਪਣੇ ਸੀਨੀਅਰ ਆਗੂਆਂ ਨੂੰ ਅਲਰਟ ਤੇ ਲਾਤਾ, ਬਚ ਕੇ ਰਿਓ, ਖਤਰਾ ਹੈ। ਜੇ ਮਾਝੇ ਦੀ ਰਾਜਨੀਤੀ ਵਿੱਚ ਕੱਲ ਪਹਿਲੀ ਕਾਂਗਰਸ ਦੀ ਰੈਲੀ ਨੂੰ ਦੇਖੀਏ ਤਾਂ ਪ੍ਰਤਾਪ ਸਿੰਘ ਬਾਜਵਾ ਆਪਣੀ ਹੋਮ ਟਰਫ ਤੋਂ ਗੈਰ ਹਾਜ਼ਰ ਸੀ ਔਰ ਨਵਜੋਤ ਸਿੰਘ ਸਿੱਧੂ ਇਸ਼ਾਰਿਆਂ ਦੇ ਵਿੱਚ ਕਾਫੀ ਕੁਝ ਸਮਝਾਉਂਦੇ ਰਹੇ। ਉਧਰ ਮੁੱਖ ਮੰਤਰੀ ਨੇ ਵੀ ਇਹ ਕਹਿਤਾ ਕਿ ਚਲੋ ਇੱਕ ਦਿਨ ਸਿੱਧੂ ਸਾਹਿਬ ਵੀ ਮੇਰੇ ਡਿਜ਼ਾਈਨ ਕੀਤੇ ਕੰਮਾਂ ਤੇ ਫੈਸਲਿਆਂ ਤੋਂ ਖੁਸ਼ ਹੋਣਗੇ। ਜੇਕਰ ਤੁਸੀਂ ਇਸ ਖਿੱਤੇ ਦੀ ਰਾਜਨੀਤੀ ਨੂੰ ਸਮਝਣਾ ਹੋਵੇ, ਪੰਜਾਬ ਤੇ ਦੋ ਹਿੱਸੇ ਮਾਝਾ ਦੁਆਬਾ ਹਮੇਸ਼ਾ ਫੈਸਲਾਕੁਨ ਰੋਲ ਪਲੇ ਕਰਦੇ ਆ। ਦੁਆਬੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਆਮਦ ਤੇਜ਼ ਤਰਾਰੀ ਵਾਲੀ ਰਹੀ, ਤੇ ਜੇਕਰ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਸ ਬਿਆਨ ਜਿਹਦੇ ਵਿੱਚ ਉਹਨਾਂ ਨੇ ਸਿਰਸੇ ਦੇ ਨਜ਼ਰੀਓਂ ਕੁਝ ਕਿਹਾ, ਉਹ ਸਾਰਾ ਦਿਨ ਚਰਚਾ ਦੇ ਵਿੱਚ ਬਣਿਆ ਰਿਹਾ। ਸਰਨੇ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਉਹਨਾਂ ਦੀ ਆਵਾਜ਼ ਨਾ ਬਣੋ, ਹੱਥ ਠੋਕੇ ਨਾ ਬਣੋ, ਅਸੀਂ ਮਾਫੀ ਮੰਗਦੇ ਹਾਂ ਕਿਉਂਕਿ ਅਸੀਂ ਜਥੇਦਾਰ ਸਾਹਿਬ ਦੇ ਮਾਮਲਿਆਂ 'ਚ ਬੋਲ ਨਹੀਂ ਸਕਦੇ, ਲੇਕਿਨ ਚਰਚਾ ਕਰਨੀ ਪੈਂਦੀ ਆ। ਲੇਕਿਨ ਜੇਕਰ ਤੁਸੀਂ ਥੋੜਾ ਜਿਹਾ ਅੱਗੇ ਜਾਓਗੇ ਤਾਂ ਜਦੋਂ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ 117 ਸੀਟਾਂ ਤੇ ਲੜਨ ਦੀ ਗੱਲ ਕਰਦੇ ਆ ਤਾਂ ਫਿਰ ਲੋਕ ਪੁੱਛਦੇ ਆ ਬਈ ਕਿਉਂ ਕੈਪਟਨ ਸਾਹਿਬ ਦੇ ਬੁੱਢੇ ਬਾਰੇ ਫਿਰ ਹੱਡ ਠਾਰਦੇ ਹੋ, ਰਜਾਈ ਰਜੂਈ ਦੇ ਦਿਓ, ਉਹ ਚੁੱਪ ਕਰ ਜਾਣ, ਸਰਦੀਆਂ ਦੇ ਦਿਨ ਆ, ਕਿਉਂ ਭਜਾਈ ਫਿਰਦੇ ਹੋ। ਅਸੀਂ ਮੁੜ ਕੇ ਕਾਂਗਰਸ ਦੀ ਉਸ ਰਣਨੀਤੀ ਤੇ ਰਾਜਨੀਤੀ ਵੱਲ ਆਉਣਾ ਚਾਹੁੰਦੇ ਆ ਜਿਹਨੂੰ ਅਸੀਂ ਪਿਛਲੇ ਦੌਰ ਦੇ ਵਿੱਚ ਭਾਜਪਾ ਦੇ ਵਿਰੋਧੀ ਧੁਰ ਵਿਰੋਧੀ ਹੋਣ ਵਜੋਂ ਮੰਨਦੇ ਰਹੇ ਆ, ਪਰ ਹੁਣ ਰਣਨੀਤੀਕਾਰ ਮੰਨਦਾ ਹੀ ਨਹੀਂ ਕਿ ਇਹ ਵਿਰੋਧੀ ਦੀ ਭੂਮਿਕਾ ਨਿਭਾ ਸਕਦੇ ਆ। ਰਾਹੁਲ ਗਾਂਧੀ ਨਾਲ ਪੈਂਦੀ ਪੈਂਦੀ ਯਾਰੀ ਦਾ ਟੁੱਟ ਜਾਣਾ ਤੇ ਫਿਰ ਉਸ ਟੁੱਟੀ ਯਾਰੀ ਦਾ ਦਰਦ ਬੋਲਦਾ ਹੈ, ਉਹ ਗੈਰ ਪ੍ਰਸੰਗਿਕ ਕਰ ਦੇਣਾ ਚਾਹੁੰਦੇ ਨੇ ਪ੍ਰਸ਼ਾਂਤ ਕਿਸ਼ੋਰ ਰਾਹੁਲ ਗਾਂਧੀ ਨੂੰ। ਕੀ ਕਹਿੰਦੇ ਹੋ ਰੰਧਾਵਾ ਜੀ? ਦੇਖੋ, ਤੁਸੀਂ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰਦੇ ਹੋ ਤਾਂ ਸਨ 2014 ਚ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਹੋਣਾ ਦੇ ਪਿੱਛੇ ਇਹ ਰਣਨੀਤੀਕਾਰ ਸੀ, ਇਹਨਾਂ ਦਾ ਬੜੀ ਅਹਿਮ ਭੂਮਿਕਾ ਸੀ ਉਹਨਾਂ ਨੂੰ ਸੱਤਾ ਵਿੱਚ ਲਿਆਉਣ ਦਾ। ਬਹੁਤ ਉਹਨਾਂ ਦਾ ਨਾਂ ਹੋਇਆ ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ, ਚਾਹੇ ਉਹ ਨਿਤੀਸ਼ ਕੁਮਾਰ ਹੋਣ ਬਿਹਾਰ ਦੇ, ਤੇ ਚਾਹੇ ਉਹ ਮਮਤਾ ਬੈਨਰਜੀ ਹੋਣ, ਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਅਰਵਿੰਦ ਕੇਜਰੀਵਾਲ ਹੋਣ, ਇਹਨਾਂ ਸਾਰਿਆਂ ਨਾਲ ਤੇ ਫਿਰ ਕਾਂਗਰਸ ਨਾਲ ਵੀ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਨਾਲ ਰਲ ਕੇ ਰੋਲ ਨਿਭਾਇਆ। ਤੇ ਪਿਛਲੇ ਸਮੇਂ ਤੋਂ ਜਦੋਂ ਤੋਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਇਹਨਾਂ ਨੇ ਚੋਣ ਜਿਤਾਈ ਹੈ ਤੇ ਇਹਨਾਂ ਦੀ ਇੱਕ ਪ੍ਰੈਡਿਕਸ਼ਨ ਸੀ, ਇਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ 100 ਸੀਟਾਂ ਨਹੀਂ ਟੱਪਦੀ ਭਾਜਪਾ, ਤੇ ਲਗਭਗ ਉਸੇ ਤਰ੍ਹਾਂ ਹੀ ਹੋਇਆ। ਬਲਕਿ ਬਹੁਤ ਸਾਰੇ ਭਾਜਪਾਈ ਹੁਣ ਵਾਪਸ ਤ੍ਰਿਣਮੂਲ ਕਾਂਗਰਸ ਚ ਆਉਣ ਨੂੰ ਫਿਰਦੇ ਆ। ਕਹਿਣ ਦਾ ਮਤਲਬ ਬਹੁਤ ਜਲਦੀ ਇਹ ਸਾਰੇ ਉਸ ਸੀਨ ਤੇ ਉਭਰੇ। ਤੇ ਉਸ ਤੋਂ ਬਾਅਦ ਤੁਸੀਂ ਦੇਖੋ, ਜਦੋਂ ਨੈਸ਼ਨਲ ਸੀਨ ਬਣਦਾ ਹੋਇਆ ਸਨ 2024, ਹੁਣ 5 ਸੂਬਿਆਂ ਦੀ ਤਾਂ ਆਪਾਂ ਗੱਲ ਕਰ ਹੀ ਲਈਏ। ਗੋਆ ਦੇ ਵਿੱਚ ਮਮਤਾ ਬੈਨਰਜੀ ਨੇ ਆਪਣੀ ਬਹੁਤ ਵੱਡਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਗੋਆ ਦੇ ਲੋਕਾਂ ਦਾ ਕਹਿਣਾ ਕਿ ਐਡਾ ਵੱਡਾ ਪ੍ਰਚਾਰ ਕਦੇ ਹੋਇਆ ਨਹੀਂ, ਤੇ ਉੱਥੋਂ ਦੇ ਇੱਕ ਸਾਬਕਾ ਮੁੱਖ ਮੰਤਰੀ ਵੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਆ ਕੇ ਰਲ ਜਾਂਦੇ ਨੇ। ਗੱਲ ਅੱਗੇ ਤੋਰਨੀ ਆ ਆਪਾਂ, ਜਦੋਂ ਸ਼ਰਦ ਪਵਾਰ ਦੇ ਘਰੇ ਇੱਕ ਬੈਠਕ ਕਰਾਉਂਦੇ ਨੇ ਇਹੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਤੇ ਉਸ ਤੋਂ ਬਾਅਦ ਇੱਕ ਬਿਆਨ ਆਉਂਦਾ ਮਮਤਾ ਬੈਨਰਜੀ ਦਾ। ਉਹ ਕਹਿੰਦੇ ਕਿਹੜੀ ਯੂਪੀਏ, ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਯੂਪੀਏ ਦਾ ਕੀ ਹਾਲ ਆ, ਉਹ ਕਹਿੰਦੇ ਕਿਹੜੀ ਯੂਪੀਏ। ਮੈਨੂੰ ਇਹ ਲੱਗਦਾ, ਜੇ ਮੈਂ ਇਹਦਾ ਐਨਾਲਿਸਿਸ ਕਰਨਾ ਚਾਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਮਤਾ ਬੈਨਰਜੀ ਵੈਸਟ ਬੰਗਾਲ ਦੇ ਵਿੱਚ ਉੱਭਰੇ ਨਹੀਂ, ਪਰ ਕਾਂਗਰਸ ਨੂੰ ਘੱਟ ਕਰਕੇ ਜਾਣ ਲੈਣਾ, ਮੈਨੂੰ ਨਹੀਂ ਲੱਗਦਾ ਕਿ ਉਹ ਇੰਨੇ ਕੋਈ ਇਗਨੋਰੈਂਟ ਨੇ ਜਾਂ ਉਹ ਇੰਨੇ ਬਚਕਾਨੇ ਨਹੀਂ ਆ, ਕਿਉਂਕਿ ਇਹ ਉਹੀ ਆ, ਸ਼ਰਦ ਪਵਾਰ ਦੇਖ ਲਓ ਤੇ ਚਾਹੇ ਮਮਤਾ ਬੈਨਰਜੀ ਦੇਖ ਲਓ, ਇਹ ਦੋਨੇ ਹੀ ਕਾਂਗਰਸ ਚੋਂ ਨਿਕਲੇ ਹੋਏ ਆ ਤੇ ਬਾਅਦ ਦੇ ਵਿੱਚ ਆਪਣੀਆਂ ਆਪਣੀਆਂ ਪਾਰਟੀਆਂ ਸਥਾਪਿਤ ਕਰਦੇ ਨੇ ਤੇ ਕਾਮਯਾਬ ਵੀ ਹੁੰਦੇ ਨੇ। ਜਦੋਂ ਵੀ ਮਮਤਾ ਬੈਨਰਜੀ ਦਿੱਲੀ ਆਉਂਦੇ ਹੁੰਦੇ ਸੀ ਤੇ ਹਮੇਸ਼ਾ ਸੋਨੀਆ ਗਾਂਧੀ ਨੂੰ ਮਿਲਦੇ ਸੀ, ਤੇ ਇਸ ਵਾਰੀ ਨਹੀਂ ਮਿਲੇ। ਕਿਆ ਇਹ ਜਾ ਰਿਹਾ ਜਾਂ ਸੋਚ ਹੋ ਰਿਹਾ ਕਿ ਉਹਨਾਂ ਦੀ ਬਿਲਕੁਲ ਉਹਨਾਂ ਦੀ ਇੱਛਾ ਸ਼ਕਤੀ ਹੋ ਸਕਦੀ ਹੈ, ਕਿਸੇ ਦੀ ਵੀ ਇੱਛਾ ਸ਼ਕਤੀ ਹੋ ਸਕਦੀ ਹੈ ਕਿ ਮੈਂ ਹੁਣ ਪ੍ਰਧਾਨ ਮੰਤਰੀ ਦੀ ਪ੍ਰਬਲ ਦਾਅਵੇਦਾਰ ਬਣਾ, ਸਭ ਤੋਂ ਮਜ਼ਬੂਤ ਦਾਅਵੇਦਾਰ ਬਣਾ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ, ਸਾਰਿਆਂ ਦੇ ਇਹ ਸਾਰਾ ਕੁਝ ਹੋ ਸਕਦਾ। ਲੇਕਿਨ ਰਣਨੀਤੀਕਾਰ ਦਾ ਇਹ ਕਹਿਣਾ ਕਿ ਜਿਹੜਾ ਪਰਿਵਾਰਵਾਦ ਆ ਸਿਰਫ ਰਾਹੁਲ ਗਾਂਧੀ ਦਾ, ਸਿਰਫ ਜਾਂ ਪ੍ਰਿਯੰਕਾ ਗਾਂਧੀ ਜਾਂ ਸੋਨੀਆ ਗਾਂਧੀ ਦਾ, ਇਸ ਕਰਕੇ ਦਾਅਵਾ ਨਹੀਂ ਹੋ ਜਾਂਦਾ ਕਿ ਉਹ ਇੱਕ ਪਰਿਵਾਰ ਤੋਂ ਆਉਂਦੇ ਆ ਤੇ ਉਹੀ ਜ਼ਰੂਰੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਬਣਨ। ਠੀਕ ਆ ਉਹਨਾਂ ਦਾ ਕਹਿਣਾ। ਜਦੋਂ ਕੱਲ ਰਣਦੀਪ ਸਿੰਘ ਸੁਰਜੇਵਾਲਾ ਉਹਨਾਂ ਨੇ ਬਿਆਨ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਪ੍ਰਸ਼ਾਂਤ ਕਿਸ਼ੋਰ ਦੀ ਇਸ ਟਿੱਪਣੀ ਤੇ, ਉਹ ਕਹਿੰਦੇ ਉਹ ਤਾਂ ਇੱਕ ਕੰਸਲਟੈਂਟ ਨੇ, ਮੈਂ ਕਿਸੇ ਕੰਸਲਟੈਂਟ ਦੀ
ਜਿਹੜੀ ਕੋਈ ਟਿੱਪਣੀ ਕੀਤੀ ਹੈ ਉਸ ਤੇ ਕੋਈ ਰਿਐਕਸ਼ਨ ਜਾਂ ਰਿਸਪੌਂਸ ਨਹੀਂ ਦੇਣਾ। ਕਹਿਣ ਦਾ ਮਤਲਬ ਮੈਂ ਥੋੜਾ ਜਿਹਾ ਇਸ ਕਰਕੇ ਦੱਸਣਾ ਚਾਹੁੰਦਾ ਕਿ ਜੇ ਮਮਤਾ ਬੈਨਰਜੀ ਨੂੰ ਲੱਗਦਾ ਠੀਕ ਆ ਉਹ ਸੀਨ ਤੇ ਉੱਭਰੇ ਨੇ, ਲੇਕਿਨ ਮਮਤਾ ਬੈਨਰਜੀ ਵੈਸਟ ਬੰਗਾਲ ਤੋਂ ਬਾਅਦ ਕਿੱਥੇ ਨੇ? ਹੁਣੇ ਤ੍ਰਿਪੁਰਾ ਦੀਆਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਾਂ ਹੋ ਕੇ ਹਟੀਆਂ ਉੱਥੇ ਬੀਜੇਪੀ ਨੇ ਹੁਣ ਜੋ ਫਿਰ ਜਿੱਤ ਪ੍ਰਾਪਤ ਕੀਤੀ ਆ, ਇਸੇ ਤ੍ਰਿਣਮੂਲ ਕਾਂਗਰਸ ਨੂੰ ਬਹੁਤ ਥੋੜੀਆਂ ਸੀਟਾਂ ਉੱਥੇ ਮਿਲੀਆਂ ਨੇ। ਜੀ ਦੇਖੋ, ਸਿਰਫ ਆਪਣੇ ਨਾਲ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨਾਲ ਜੇ ਨਾ ਲਾ ਲਈਏ ਆਪਾਂ, ਉਹਦੇ ਨਾਲ ਆਪਾਂ ਰਾਸ਼ਟਰੀ ਪਾਰਟੀ ਨਹੀਂ ਬਣ ਜਾਂਦੇ, ਉਹ ਨੈਸ਼ਨਲ ਪਾਰਟੀ ਨਹੀਂ ਬਣ ਜਾਂਦੇ। ਕਾਂਗਰਸ ਦੀਆਂ ਅੱਜ ਵੀ 3 ਸੂਬਿਆਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ, ਮਹਾਰਾਸ਼ਟਰ ਦੇ ਵਿੱਚ ਉਹ ਨਾਲ ਭਾਈਵਾਲ ਨੇ। ਇਸੇ ਜੀ ਤਰ੍ਹਾਂ ਜੇ ਤੁਸੀਂ ਦੇਖੋ, ਉਹਨਾਂ ਨੇ ਕਰਨਾਟਕ ਦੇ ਵਿੱਚ ਵੀ ਸਰਕਾਰ ਬਣਾਈ ਸੀ, ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਸਰਕਾਰ ਬਣਾਈ ਸੀ, ਗੋਆ ਦੇ ਵਿੱਚ ਉਹ ਸਰਕਾਰ ਬਣਾਉਣ ਵਾਲੇ ਸੀ, ਲੇਕਿਨ ਖੈਰ ਉਹ ਸਰਕਾਰ ਨਹੀਂ ਚੱਲੀ। ਕਈ ਤਰ੍ਹਾਂ ਦੀਆਂ ਇਸ ਟਾਈਮ ਕਾਂਗਰਸ ਦਾ ਪੂਰੇ ਜੇ ਭਾਰਤ ਦੇ ਵਿੱਚ ਗ੍ਰਾਫ ਦੇਖੀਏ ਉਹ ਥੱਲੇ ਹੋ ਸਕਦਾ, ਲੇਕਿਨ ਇੱਕ ਨੈਸ਼ਨਲ ਪਾਰਟੀ ਵਜੋਂ ਉਹਨਾਂ ਨੂੰ ਅੱਜ ਵੀ ਜਾਣਿਆ ਜਾਂਦਾ। ਜੇ ਉਹ 40-50 ਸੀਟਾਂ, ਮੈਂ ਤੁਹਾਨੂੰ ਸੀਟਾਂ ਦੇ ਬਦਲੇ ਦੱਸਦਾ ਕਿ ਜੇ ਮਮਤਾ ਬੈਨਰਜੀ 42 ਦੀਆਂ 42 ਸੀਟਾਂ ਵੀ ਵੈਸਟ ਬੰਗਾਲ ਚੋਂ ਲੈ ਜਾਂਦੇ ਆ, ਜੇ ਸ਼ਰਦ ਪਵਾਰ 48 ਦੀਆਂ 48 ਸੀਟਾਂ ਮਹਾਰਾਸ਼ਟਰ ਚੋਂ ਲੈ ਜਾਂਦੇ ਆ, ਇਹਨਾਂ 90 ਸੀਟਾਂ ਤੋਂ ਬਾਅਦ ਫਿਰ ਵੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਲੋੜਾਂ ਪੈਣਗੀਆਂ, ਕੁਝ ਹੋਰ ਪਾਰਟੀਆਂ ਦਾ ਸਹਿਯੋਗ ਦੇ ਪ੍ਰਾਪਤ ਕਰਨ ਦੀ ਲੋੜ ਪਊਗੀ। ਸੋ ਇਸ ਕਰਕੇ ਠੀਕ ਆ, ਉਹਨਾਂ ਨੂੰ ਕੌਨਫੀਡੈਂਸ ਹੋ ਸਕਦਾ, ਕਿਤੇ ਨਾ ਕਿਤੇ ਉਹਨਾਂ ਦਾ ਓਵਰ ਕੌਨਫੀਡੈਂਸ ਵੀ ਲੱਗਦਾ। ਸੋ ਇਸ ਕਰਕੇ ਇਹ ਬਹੁਤ ਜਲਦੀ ਆ ਕਿ ਆਪਣੇ ਆਪ ਨੂੰ ਯੂਪੀਏ ਨੂੰ ਜਾਂ ਕਾਂਗਰਸ ਨੂੰ ਵੱਖ ਕਰਕੇ ਦੇਖਣਾ। ਪਰਿਵਾਰਵਾਦ ਦੀਆਂ ਗੱਲਾਂ ਬਹੁਤ ਸਾਰੀਆਂ ਪਾਰਟੀਆਂ 'ਚ ਆ, ਬਹੁਤ ਖੇਤਰੀ ਪਾਰਟੀਆਂ 'ਚ ਆ। ਇਹ ਤਾਂ ਇੱਕ ਅਲੱਗ ਵਿਸ਼ਾ, ਇਸ ਤੇ ਚਰਚਾ ਕਰ ਲਾਂਗੇ, ਲੇਕਿਨ ਕਿਤੇ ਨਾ ਕਿਤੇ ਇਹਦੇ ਵਿੱਚ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਓਵਰ ਕੌਨਫੀਡੈਂਸ ਝਲਕਦਾ। ਉਹ ਚਾਹੇ ਜਿੰਨੇ ਮਰਜ਼ੀ ਕਾਂਗਰਸ 'ਚੋਂ ਉਹ ਲੀਡਰ ਲੈ ਆਉਣ, ਪਿਛਲੇ ਦਿਨਾਂ ਦੇ ਵਿੱਚ ਅਸ਼ੋਕ ਤੰਵਰ ਜਾਂ ਕੀਰਤੀ ਆਜ਼ਾਦ ਜਾਂ ਹੋਰ ਤਮਾਮ ਤਰ੍ਹਾਂ ਦੇ ਲੀਡਰ ਗਏ ਆ, ਪਰ ਉਹ ਘਰੇ ਬੈਠੇ ਸੀ, ਉਹਨਾਂ ਦਾ ਬਹੁਤ ਜ਼ਿਆਦਾ ਕੋਈ ਮਾਸ ਬੇਸ ਨਹੀਂ ਹੈ। ਸੋ ਇਹਨਾਂ ਜੀ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਸੋਚਣਾ ਪਊਗਾ, ਮਮਤਾ ਬੈਨਰਜੀ ਨੂੰ ਵੀ ਸੋਚਣਾ ਪਊਗਾ। ਖੈਰ, ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਕੀ ਹੁੰਦਾ। ਜੀ, ਪ੍ਰਸ਼ਾਂਤ ਕਿਸ਼ੋਰ ਦਾ ਟਰੈਕ ਰਿਕਾਰਡ ਦੇਖੋ ਤਾਂ ਉਹ ਕਦੇ ਨਿਤੀਸ਼ ਕੁਮਾਰ ਦੇ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਆ, ਫਿਰ ਉਹ ਕੇਜਰੀਵਾਲ ਨਾਲ ਜੁੜ ਜਾਂਦੇ ਆ, 14 ਦੇ ਵਿੱਚ ਉਹ ਪ੍ਰਧਾਨ ਮੰਤਰੀ ਨਾਲ ਜੁੜ ਗਏ ਸੀਗੇ, ਔਰ ਫਿਰ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਵੀ ਉਹਨਾਂ ਦੇ ਨਾਂ ਹੋ ਗਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਐਡਵਾਈਜ਼ਰ ਲਾ ਕੇ ਨਾਲ ਕੋਠੀ ਦਿੱਤੀ। ਉਹ ਇਸੇ ਤਰੀਕੇ ਨਾਲ ਹੁਣ ਅੱਜ ਕੱਲ ਪੱਕੇ ਤੌਰ ਤੇ ਇੰਜ ਲੱਗਦਾ ਜਿਵੇਂ ਮਮਤਾ ਬੈਨਰਜੀ ਨਾਲ ਜੁੜੇ ਆ। ਠੀਕ ਗੱਲ ਆ ਕਿ ਟਰੈਕ ਰਿਕਾਰਡ ਬੜੀ ਅਹਿਮ ਚੀਜ਼ ਆ। ਜਦੋਂ ਤੁਸੀਂ ਕਿਸੇ ਚੀਜ਼ ਦਾ ਬਿਜ਼ਨਸ ਕਰਦੇ ਹੋ ਤਾਂ ਤੁਹਾਡਾ ਨਜ਼ਰੀਆ ਹੋਰ ਹੁੰਦਾ ਹੈ, ਲੇਕਿਨ ਜੇ ਕਾਂਗਰਸ ਨੂੰ ਵੀ ਇਹ ਦੇਖਣਾ ਪਵੇ ਕਿ ਤੁਹਾਡੀ ਹਰ ਰਾਜ ਵਿੱਚ ਸਟੇਟ ਦੇ ਪੱਧਰ ਦੇ ਉੱਤੇ ਕਿਰਕਰੀ ਹੋ ਰਹੀ ਆ, ਤਾਂ ਕਿਤੇ ਨਾ ਕਿਤੇ ਕੁਝ ਕਮੀ ਤਾਂ ਹੈ। ਉਹ ਜਿਹੜੇ ਸੰਸਥਾਗਤ ਢਾਂਚਾਗਤ ਜਿਹੜੀਆਂ ਗੱਲਾਂ ਕਰਦੇ ਆ ਉਹ 'ਚ ਦਮ ਤਾਂ ਹੈ, ਕਿਉਂਕਿ ਉਹ 23 ਵਾਲਾ ਗਰੁੱਪ ਅਜੇ ਵੀ ਕਾਰਾਮਦ ਹੈ, ਭਾਵੇਂ ਕਿ ਜਵਾਬ ਉਹਨਾਂ ਨੇ ਵੀ ਦਿੱਤਾ ਹੈ। ਜਿਵੇਂ ਗੱਲ ਕਹੀ ਜਾ ਰਹੀ ਸੀ ਕਿ G23 ਦੇ ਵਿੱਚੋਂ ਕੁਝ ਲੋਕ ਚਲੇ ਜਾਣਗੇ, ਲੇਕਿਨ ਉਹਨਾਂ ਦੇ ਹੀ ਕਪਲ ਸਿੱਬਲ ਤੇ ਆਨੰਦ ਸ਼ਰਮਾ ਵਰਗੇ ਇਹ ਆਨਸਰ ਕਰ ਰਹੇ ਆ ਇਹਨੂੰ ਕਿ ਤੁਸੀਂ ਇਹਨੂੰ ਕਾਂਗਰਸ ਨੂੰ ਗੈਰ ਪ੍ਰਸੰਗਕ ਨਾ ਮੰਨੋ। ਅਜੇ ਵੀ ਕਾਂਗਰਸ ਵੱਡੀ ਧਿਰ ਆ ਤੇ ਇਹਦੀ ਹੋਂਦ ਤੋਂ ਬਿਨਾਂ ਤੁਸੀਂ ਅਜੇ ਵਿਰੋਧੀ ਧਿਰ ਦਾ ਤਸੱਵਰ ਕਰਨਾ ਕਲਪਨਾ, ਕੋਰੀ ਕਲਪਨਾ ਮੈਚ ਹੋਊਗੀ। ਮੈਂ ਅੱਗੇ ਵਧਾਂ ਤਾਂ ਕੱਲ ਇੱਕ ਵੱਡੀ ਅਖਬਾਰ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ, ਉਹਦੇ ਮੰਨੀਏ ਕਿਉਂਕਿ ਉਹ ਨੇੜਲੇ ਸੰਬੰਧਾਂ ਵਾਲੇ ਲੋਕ ਹੁੰਦੇ ਆ, ਤੇ ਅਕਾਲੀਆਂ ਨੇ ਆਪਣੇ ਲੀਡਰ ਅਲਰਟ ਤੇ ਲਾਤੇ, ਸੁਚੇਤ ਕਰਤੇ, ਭਾਈ ਬਚ ਕੇ ਰਿਓ, ਖਤਰਾ 4 ਚੁਫੇਰਿਓਂ ਵੱਧ ਰਿਹਾ। ਹੁਣ ਗੱਲ ਇਹ ਬਹੁਤ ਵੱਡਾ ਸਵਾਲ ਆ ਕਿ ਆਖਰ ਖਤਰੇ ਦੀ ਗੱਲ ਕਿੱਥੋਂ ਆਉਂਦੀ ਹੈ? ਕੀ ਅਸੀਂ ਕੁਝ ਜਾਇਜ਼ ਨਜਾਇਜ਼ ਕਰਦੇ ਹਾਂ? ਕੀ ਸਾਡੇ ਲੀਡਰਾਂ ਦੀਆਂ ਕੁਝ ਖਾਮੀਆਂ ਨੇ? ਜੇ ਸਾਡੀ ਕੋਈ ਬਾਂਹ ਮਰੋੜ ਕੇ ਲੈ ਜਾਂਦਾ ਤਾਂ ਮਤਲਬ ਹੈ ਕਿ ਸਾਡੇ ਅੰਦਰ ਕੋਈ ਭੈੜ ਪਏ ਨੇ ਜਿਹੜੇ ਅਗਲੇ ਨੂੰ ਪਤਾ ਨੇ। ਇਹ ਇੱਕ ਸਵਾਲ ਆ। ਦੂਜਾ ਸਵਾਲ ਇਹ ਆ ਕਿ ਅਕਸਰ ਅਕਾਲੀਆਂ ਤੇ ਦੋਸ਼ ਆਉਂਦਾ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਹਿਸਾਬ ਨਾਲ ਚਲਾ ਲੈਂਦੇ ਆ। ਇਹ ਦੋਸ਼ ਕਈ ਵਾਰੀ ਸੱਚਾ ਲੱਗਣ ਲੱਗਦਾ ਜਦੋਂ ਮੈਂ ਸਰਨਿਆਂ ਦੀ ਉਹ ਸਟੇਟਮੈਂਟ ਪੜ੍ਹਦਾ ਹੈ ਕਿ ਜਥੇਦਾਰ ਸਾਹਿਬ ਹਿਜ ਮਾਸਟਰਸ ਵਾਇਸ ਨਾ ਬਣਨ। ਜਦੋਂ ਮੈਂ ਉਸ ਚੀਜ਼ ਨੂੰ ਦੇਖਦਾ ਤਾਂ ਫਿਰ ਇਹ ਵੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਜੇ ਨਾ ਹੀ ਰਿਐਕਟ ਕਰਦੇ, ਕਿਉਂਕਿ ਉਹ ਕੌਮ ਦੇ ਨੇ, ਹਰ ਸਿੱਖ ਦੇ ਜਥੇਦਾਰ ਨੇ। ਅਗਲੀ ਗੱਲ ਜੇ ਮੈਂ ਇਹਦੇ 'ਚ ਵੇਖਦਾ ਹਾਂ ਤਾਂ ਦਿੱਲੀ 'ਚ ਸਰਗਰਮੀ ਬੜੀ ਤੇਜ਼ੀ ਨਾਲ ਰਹੀ। ਇਹਨਾਂ ਦੇ ਜਿਹੜੇ ਸਿਰਸੇ ਤੋਂ ਬਾਅਦ ਲੀਡਰ ਹਰਮੀਤ ਸਿੰਘ ਕਾਲਕਾ, ਉਹਨਾਂ ਇੱਕ ਮੀਟਿੰਗ ਕੀਤੀ ਹੈ, ਲੇਕਿਨ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਿਰਸਾ ਸਾਹਿਬ ਨੂੰ ਕਹਿੰਦੇ ਆ ਕਿ ਉਹ ਬਤੌਰ ਪ੍ਰਧਾਨ ਜਿੰਨਾ ਚਿਰ ਸਾਨੂੰ ਦਸਤਖਤ ਦੀ ਲੋੜ ਆ ਕਰਦੇ ਰਹਿਣ। ਇਹ ਇੱਕ ਬੜਾ ਸੌਫਟ ਜਿਹਾ ਨਜ਼ਰੀਆ ਹੈ। ਜੇਕਰ ਮੈਂ ਕਰਨੈਲ ਸਿੰਘ ਪੰਜੋਲੀ ਦੀ ਸਟੇਟਮੈਂਟ ਦੇਖਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ, ਤੇ ਉਹ ਵੀ ਕਹਿੰਦੇ ਆ ਵੀ ਜੇ ਸਿੱਖਾਂ ਦੇ ਮਸਲੇ ਹੱਲ ਕਰਾਉਂਦੇ ਆ ਤੇ ਚੰਗੀ ਗੱਲ ਆ। ਤੇ ਜੇਕਰ ਮੈਂ ਮਨਜੀਤ ਸਿੰਘ ਜੀਕੇ ਦੀ ਕੋਈ ਸਟੇਟਮੈਂਟ ਦੇਖਦਾ ਤਾਂ ਇੰਜ ਲੱਗਦਾ ਕਿ ਇਹ ਕਿਤੇ ਰਲ ਕੇ ਤਾਂ ਨਹੀਂ ਖੇਡ ਰਹੇ। ਤੇ ਇੱਕ ਹੋਰ ਜਿਹੜੀ ਅਪੁਸ਼ਟ ਖਬਰ ਹੈ, ਮੈਂ ਉਹਦੀ ਪੁਸ਼ਟੀ ਨਹੀਂ ਕਰਦਾ,
ਲੇਕਿਨ ਉਹਨਾਂ ਗਲਿਆਰਿਆਂ 'ਚ ਪਤਾ ਹੈ ਕਿ ਖਬਰ ਸੱਚੀ ਆ। ਸਿਰਸਾ ਸਾਹਿਬ ਨੇ ਵੀ ਕੱਲ ਆਪਣੇ ਦਿੱਲੀ ਕਮੇਟੀ ਦੇ ਕੋਈ 20 ਦੇ ਕਰੀਬ ਮੈਂਬਰ ਸੱਦੇ ਹੋਏ ਸੀ ਤੇ ਉਹਨਾਂ ਨੇ ਤਾਂ ਉੱਥੇ ਵੀ ਦਾਅਵਾ ਕਰਤਾ ਕਿ ਮੈਂ ਆਪਣੀ ਜਗ੍ਹਾ ਸ਼੍ਰੋਮਣੀ ਕਮੇਟੀ ਤੋਂ ਫਲਾਣਾ ਬੰਦਾ ਨੋਮੀਨੇਟ ਕਰਵਾਉਂਗਾ, ਨਾਮਜ਼ਦ ਕਰਾ ਲਾਂਗੇ, ਚਿੰਤਾ ਨਾ ਲਾਓ, ਮੈਂ ਇੱਥੇ ਕਿਤੇ ਨਹੀਂ ਗਿਆ। ਜੇ ਇਹੋ ਜਿਹੀਆਂ ਗੱਲਾਂ ਫਿਰ ਲੋਕ ਕਹਿੰਦੇ ਰਲ ਕੇ ਤਾਂ ਨਹੀਂ ਖੇਡਦੇ ਕਿਤੇ। ਤੇ ਇਧਰਲੇ ਬੰਨੇ ਅਕਾਲੀ ਦਲ ਨੇ ਬੀਜੇਪੀ ਤੇ ਸਖਤ ਹਮਲਾ ਬੋਲਿਆ, ਸਖਤ ਹਮਲਾ ਬੋਲਿਆ। ਉਤੋਂ ਲੱਗਦਾ ਨਹੀਂ ਕਿ ਰਲ ਕੇ ਖੇਡ ਰਹੇ, ਸਖਤ ਹਮਲਾ ਬੋਲਿਆ ਕਿ ਹੁਣ ਇੱਕ ਵਾਰੀ ਮੁਗਲਾਂ ਨਾਲ, ਕਾਂਗਰਸ ਨਾਲ, ਉਹਨਾਂ ਸਾਰੇ ਜਰਵਾਣਿਆਂ ਨਾਲ ਭਾਜਪਾ ਨੂੰ ਮਿਲਾਇਆ ਜਿਹੜੇ ਪੰਥ ਦੇ ਦੁਸ਼ਮਣ ਨੇ। ਕੀ ਕਹਿੰਦੇ ਹੋ? ਰੰਧਾਵਾ ਜੀ, ਬਹੁਤ ਸਾਰੇ ਪਹਿਲੂ ਤੁਸੀਂ ਬੜੇ ਬਖੂਬੀ ਉਹਨਾਂ ਤੇ ਹਰ ਪਹਿਲੂ ਨੂੰ ਤੁਸੀਂ ਅੱਗੇ ਲੈ ਕੇ ਆਂਦਾ। ਇਹ ਜਿਹੜੀ ਡਿਵੈਲਪਮੈਂਟ ਹੋਈ ਆ ਮਨਜਿੰਦਰ ਸਿੰਘ ਸਿਰਸਾ ਹੋਣਾ ਵਾਲੀ, ਕੱਲ ਕਰਤਾਰਪੁਰ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀ, ਉਹਨਾਂ ਨੇ ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਹਮਲਾਵਰ ਸੀ ਉਹ, ਔਰ ਪੂਰੀ ਤਰ੍ਹਾਂ ਉਹਨਾਂ ਨੇ ਬੀਜੇਪੀ ਨੂੰ ਘੇਰਿਆ, ਬੀਜੇਪੀ ਤੇ ਹਮਲੇ ਕੀਤੇ ਤੇ ਕਿਸ ਤਰ੍ਹਾਂ ਉਹ ਸਿੱਖ ਪੰਥ ਦੀ ਇਸ ਸਰਕਾਰ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਜਿਹੜੇ ਸਿੱਖ ਗੁਰਦੁਆਰੇ ਆ, ਚਾਹੇ ਸਿੱਖਾਂ ਦੇ ਧਾਮ ਨੇ, ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਸੀ, ਸੋ ਬਹੁਤ ਤਿੱਖੀ ਸ਼ਬਦਾਵਲੀ ਸੀ। ਪਰ ਨਾਲ ਦੀ ਨਾਲ ਜਿਹੜੀ ਤੁਹਾਡੀ ਦੂਸਰੀ, ਇਹ ਸਾਰੇ ਪਹਿਲੋਂ ਤੇ ਆਪਾਂ ਗੱਲ ਕਰਾਂਗੇ। ਇੱਕ ਪਾਸੇ ਤਾਂ ਜਿਹੜੇ ਸਾਡੇ ਐਕਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਇਹ ਕਹਿੰਦੇ ਆ ਕਿ ਇਹ ਦੇਖੋ ਮਨਜਿੰਦਰ ਸਿੰਘ ਸਿਰਸਾ ਨੂੰ ਬਾਹ ਮਰੋੜ ਕੇ ਲੈ ਕੇ ਗਈ ਆ ਭਾਜਪਾ। ਇਹੀ ਇਸ ਤਰ੍ਹਾਂ ਦਾ ਬਿਆਨ ਹੀ ਸੁਖਬੀਰ ਸਿੰਘ ਬਾਦਲ ਦਾ ਆਉਂਦਾ। ਉਹ ਤਾਂ ਬਿਲਕੁਲ ਖੁੱਲੇ ਸ਼ਬਦਾਂ 'ਚ ਕਹਿੰਦੇ ਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਕਰਕੇ ਜਿਹੜੀ ਆ ਉਹ ਡਰੇ ਸੀ। ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਆ, ਹਰਮੀਤ ਸਿੰਘ ਕਾਲਕਾ ਕਹਿੰਦੇ ਇਹਨਾਂ ਤੇ ਵੀ ਇਹੋ ਜਿਹੇ ਕੇਸ ਸੀ, 11 ਹੋਰ ਬੰਦਿਆਂ ਤੇ ਕੇਸ ਸੀ, ਪਰ ਉਹ ਤਾਂ ਡਰੇ ਨਹੀਂ। ਇਹ ਜੇਲ੍ਹ ਜਾਣ ਤੋਂ ਕਹਿੰਦੇ ਡਰ ਗਏ, ਪਰ ਇਹ ਬੰਦੇ ਖੜੇ ਰਹੇ। ਇੱਕ ਪਾਸੇ ਤਾਂ ਆ ਗੱਲਾਂ ਆਉਂਦੀਆਂ। ਫਿਰ ਜਦੋਂ ਗੱਲਾਂ ਆਉਂਦੀਆਂ ਕਰਨੈਲ ਸਿੰਘ ਪੰਜੋਲੀ ਹੋਣਾ ਦੇ ਜਿਹੜੇ ਜਨਰਲ ਸਕੱਤਰ ਨੇ, ਆਪਾਂ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਦੇ, ਉਹ ਕਹਿੰਦੇ ਆ ਕੋਈ ਗੱਲ ਨਹੀਂ, ਜੇ ਚਲੇ ਗਏ ਮਨਜਿੰਦਰ ਸਿੰਘ ਸਿਰਸਾ ਤੇ ਜੇ ਆਪਣੇ ਸਿੱਖਾਂ ਦੇ ਮਸਲੇ ਹੱਲ ਹੋ ਜਾਂਦੇ ਆ, ਬਹੁਤ ਸਾਰੇ ਪੰਥ ਦੇ ਮਸਲੇ ਆ, ਤੇ ਫਿਰ ਉਹਨਾਂ ਨੂੰ ਉਹ ਹੱਲ ਕਰਾਉਣ ਸਾਡੀ ਮਦਦ ਕਰਨੀ ਚਾਹੀਦੀ ਆ। ਸੋ ਇਸ ਤਰ੍ਹਾਂ ਦੇ ਵੱਖਰੇ ਵੱਖਰੀਆਂ ਚੀਜ਼ਾਂ ਆਉਣੀਆਂ, ਵੱਖਰੇ ਵੱਖਰੇ ਬਿਆਨ ਆਉਣੇ, ਆਪਣੇ ਆਪ ਦੇ ਵਿੱਚ ਬੜੀ ਕਨਫਿਊਜ਼ਨ ਪੈਦਾ ਕਰਦਾ। ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਹਮਲਾਵਰ ਹੋ ਰਿਹਾ, ਤੇ ਦੂਸਰੇ ਪਾਸੇ ਜਿਹੜੇ ਲੋਕ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਨੂੰ ਇਹ ਲੱਗਦਾ ਕਿ ਚਾਰੋਂ ਪਾਸੇ ਜਿਹੜੇ ਬਿਆਨ ਹੋਣੇ, ਕਿਤੇ ਨਾ ਕਿਤੇ ਇਸ ਜਿਹੜਾ ਡੈਮੇਜ ਹੋਇਆ, ਇਸ ਡਿਵੈਲਪਮੈਂਟ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੱਕੇ ਬੱਕੇ ਕਰਤਾ, ਜਾਂ ਉਹਨਾਂ ਨੂੰ ਅਕਸਮਾਤ ਜਿਹੜੀ ਉਹਨਾਂ ਤੇ ਜਿਹੜੀ ਅਸਮਾਨੀ ਬਿਜਲੀ ਡਿੱਗੀ ਆ, ਉਸ ਡੈਮੇਜ ਕੰਟਰੋਲ ਕਰਨ ਨੂੰ ਇਹ ਸਾਰਾ ਕੁਝ ਹੋ ਰਿਹਾ ਕਿ ਕਿਤੇ ਸਾਡਾ ਚੋਣਾਂ ਦੇ ਵਿੱਚ ਨੁਕਸਾਨ ਨਾ ਹੋ ਜੇ। ਬਾਕੀ ਇਹ ਗੱਲਾਂ ਤਾਂ ਵਿੱਚ ਟੈਕਨੀਕਲ ਚੀਜ਼ਾਂ ਹੈਗੀਆਂ ਕਿ ਸਾਨੂੰ ਦਸਤਖਤ ਕਰਾਉਣ ਦੀ ਲੋੜ ਆ। ਹਰਮੀਤ ਸਿੰਘ ਕਾਲਕਾ ਹੁਣੀ ਕਹਿੰਦੇ ਕਿ ਉਹ ਦਸਤਖਤ ਕਰ ਦਿਆ ਕਰਨ ਜਿੰਨੇ ਚਿਰ ਕੋਈ ਅਸੀਂ ਪੱਕਾ ਪ੍ਰਬੰਧ ਇਹਦਾ ਨਹੀਂ ਕਰ ਲੈਂਦੇ, ਯਾਨੀ ਕਿ ਪੱਕਾ ਪ੍ਰਧਾਨ ਨਹੀਂ ਚੁਣ ਲੈਂਦੇ। ਇਸੇ ਤਰ੍ਹਾਂ ਮਨਜੀਤ ਸਿੰਘ ਜੀਕੇ ਦੀ ਤੁਸੀਂ ਗੱਲ ਕੀਤੀ ਹੈ, ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਉਹਨਾਂ ਦੀਆਂ ਵੀ ਮੁਲਾਕਾਤਾਂ। ਸੋ ਰਾਜਨੀਤੀ ਜਿਹੜੀ ਆ ਇਸ ਮਸਲੇ ਨੂੰ ਲੈ ਕੇ ਬਹੁਤ ਭੱਖ ਗਈ ਆ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ। ਲੇਕਿਨ ਮੈਨੂੰ ਇੱਕ ਗੱਲ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਮਲਾਵਰ ਰੁੱਖ ਕਿਤੇ ਨਾ ਕਿਤੇ ਉਹਨੂੰ ਲੱਗਾ ਕਿ ਜੇ ਏਦਾਂ ਚੁੱਪ ਕਰਕੇ ਬੈਠੇ ਰਹੇ ਤੇ ਫਿਰ ਤਾਂ ਖਤਮ ਹੋ ਜਾਣਗੇ। ਫਿਰ ਹੁਣ ਮੈਨੂੰ ਲੱਗਦਾ ਕਿ ਹੋ ਸਕਦਾ ਉਹ ਮਨਪ੍ਰੀਤ ਇਆਲੀ ਜਾਂ ਗੁਰਦੀਪ ਸਿੰਘ ਜੁਝਾਰ ਵਰਗੇ ਮਸਲਿਆਂ ਤੇ ਬੋਲਣ, ਕਿਉਂਕਿ ਕਈਆਂ ਨੂੰ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਸ਼ਾਇਦ ਇਸ ਤਰ੍ਹਾਂ ਦੀਆਂ ਖਬਰਾਂ ਜਾਂ ਅਲਰਟ ਇਹਨਾਂ ਨੂੰ ਆਏ ਨੇ ਕਿ ਹੋਰ ਵੀ ਵਿਅਕਤੀਆਂ ਦੇ, ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਇਸ ਤਰ੍ਹਾਂ ਦੀਆਂ ਰੇਡਸ ਹੋ ਸਕਦੀਆਂ, ਇਸ ਤਰ੍ਹਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕਦਾ। ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਆ, ਇਹਨਾਂ ਦੇ ਹੁਣ ਗੋਡੇ ਕਿੰਨਾ ਕੁ ਭਾਰ ਚੱਲਦੇ ਆ, ਕਿਉਂਕਿ ਚੋਣਾਂ ਸਿਰ ਤੇ ਨੇ, ਚੋਣਾਂ ਵੀ ਜਿੱਤਣੀਆਂ ਨੇ, ਤੇ ਇੱਕ ਭਾਰਤੀ ਜਨਤਾ ਪਾਰਟੀ ਜਿਹੜਾ ਇਹਨਾਂ ਦਾ ਪੁਰਾਣਾ ਭਾਈਵਾਲ ਸੀ, ਉਸ ਨਾਲ ਵੀ ਨਜਿੱਠਣਾ। ਸੋ ਬਹੁਤ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੀਆਂ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਕਦੇ ਕਾਰੋਬਾਰੀਆਂ ਤੇ ਛਾਪੇ ਪੈਂਦੇ ਹੁੰਦੇ ਸੀ, ਆਖੇ ਪੈਸੇ ਤਾਂ ਠਾਂ ਕਰ ਲੈਂਦੇ ਆ ਜੀ, ਕਾਰੋਬਾਰੀਆਂ ਤੇ ਛਾਪੇ ਪੈਂਦੇ ਸੀ, ਇਹ ਘਪਲੇ ਕਰ ਲੈਂਦੇ ਆ। ਫਿਰ ਅਫਸਰਾਂ ਦੀ ਵਾਰੀ ਆਈ, ਕਹਿੰਦੇ ਜੀ ਵੱਡੇ ਅਫਸਰ ਵੱਖ-ਵੱਖ ਧਰਾਵਾਂ 'ਚ ਬਹਿਣ ਵਾਲੇ, ਹਾਂਜੀ, ਕੋਈ IAS, ਕੋਈ PCS, ਕੋਈ PPS, ਪੰਜਾਬ ਦੇ ਨਜ਼ਰੀਏ ਤੋਂ ਮੈਂ ਕਹਿੰਦਾ, ਵੈਸੇ ਤਾਂ ਦੇਸ਼ ਭਰ 'ਚ ਚੱਲਣ ਹੈਗਾ। ਫਿਰ ਉਹਨਾਂ ਤੇ ਪੈਂਦੇ ਸੀ ਕਿ ਇਹਨਾਂ ਨੇ ਅਸਾਸਿਆਂ ਤੋਂ ਵੱਧ ਜਾਇਦਾਦ ਬਣਾ ਲਈ। ਅਸਾਸੇ ਜ਼ਿਆਦਾ ਇਹਨਾਂ ਦੇ, ਹਨਾ, ਮੈਨੂੰ ਪੰਜਾਬ ਹੀ ਸਮਝੋ ਵੀ ਇਨਕਮ ਤੋਂ ਵੱਧ ਜਾਇਦਾਦ। ਦੂਜੇ ਬੰਨੇ ਜੇਕਰ ਤੁਸੀਂ ਹੁਣ ਦੇਖੋ ਤਾਂ ਰਾਜਨੀਤੀਵਾਨ ਨੂੰ ਏਡੇ ਡਰ ਕਾਹਦੇ, ਕਹਿੰਦੇ ਸਭ ਤੋਂ ਜ਼ਿਆਦਾ ਦਲੇਰ ਹੁੰਦੇ ਆ, ਸਭ ਨੂੰ ਡਰਾ ਕੇ ਹੀ ਰੱਖਦੇ ਆ, ਜਿਹਦੇ ਮਰਜ਼ੀ ਫੋਨ ਲਾ ਕੇ ਕਹਿੰਦੇ ਆ ਦੇਖ ਲਿਓ ਜੀ। ਹੁਣ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਉਹ ਜਿਹੜੀ ਲਿਸਟ ਕੈਪਟਨ ਅਮਰਿੰਦਰ ਸਿੰਘ ਨੇ ਜੇਬ 'ਚ ਪਾਈ ਹੋਈ ਸੀ ਆਪਣੇ MLA ਤੇ ਵਜ਼ੀਰਾਂ ਦੀ, ਜਿਹੜਾ ਉਹਨਾਂ ਨੇ ਦਾਅਵਾ ਕੀਤਾ ਸੀ ਲੱਥਣ ਤੋਂ ਬਾਅਦ, ਯਾਦ ਹੈ ਤੁਹਾਨੂੰ? ਪਾਰਟੀ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਇੱਕ ਲਿਸਟ ਆ,
ਉਹਨਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਅਸਤੀਫੇ 'ਚ ਉਹਦਾ ਜ਼ਿਕਰ ਕੀਤਾ ਸੀ। ਉਹ ਲਿਸਟ ਕਿੱਥੇ ਦਿੱਤੀ ਆ ਇਹ ਵੀ ਦੱਸ ਦੇਣ, ਜਾਂ ਨਹੀਂ ਦਿੱਤੀ ਉਹ ਵੀ ਦੇ ਦੇਣ, ਸਾਰੇ ਇੱਕੋ ਵਾਰੀ ਨਬੇੜਾ ਹੋਈ ਜਾਵੇ ਕਿ ਕੌਣ ਕਿੱਥੇ ਕੁ ਖਲੋਤਾ ਹੈ। ਰਾਜਨੀਤੀ ਸਾਫ਼ ਸੁਥਰੀ ਹੋ ਜਾਊਗੀ ਜੇ ਸਾਰਿਆਂ ਨੂੰ ਇੱਕ ਵਾਰੀ ਸੱਦ ਲਓ ਵੀ ਜਦੋਂ ਪੋਲਿਟਿਕਸ ਵਿੱਚ ਆਏ ਸੀ ਕਿੰਨੇ ਕੁ ਜੋਗੇ ਸੀ ਤੇ ਅੱਜ ਕੱਲ ਕਿੰਨੇ ਕੁ ਡੂੰਘੇ ਪਾਣੀਆਂ 'ਚ ਤਾਰੀਆਂ ਲਾਉਂਦੇ ਹੋ, ਦੱਸ ਦਿਓ ਕਿੰਨੇ ਕੁ ਵੱਡੇ ਮਹੱਲ ਉਸਰ ਗਏ ਤੇ ਕਿੰਨੇ ਕਾਰੋਬਾਰ ਆ ਗਏ। ਹਾਂ, ਕਾਰੋਬਾਰ ਇੱਕ ਤੋਂ ਦੂਜਾ ਵੱਧਦਾ ਹੈ, ਪਰ ਪਹਿਲੇ ਕਾਰੋਬਾਰ ਤੋਂ ਅਖੀਰਲੇ ਕਾਰੋਬਾਰ ਤੱਕ ਜੇ ਤੁਸੀਂ ਆਪ ਹੀ ਸਭ ਕੁਝ ਸੀ ਤੇ ਚੈੱਕ ਵੀ ਤੁਸੀਂ ਆਪ ਹੀ ਰੱਖੇ, ਨਾਲ ਹੀ ਵੀ ਪਤਾ ਲਾ ਲਓ ਵੀ ਤੁਹਾਡੇ ਹੁੰਦੇ ਆ, ਸਾਰੇ ਹੀ ਪੋਲੀਟੀਸ਼ੀਅਨਸ ਦੇ ਹੁੰਦੇ ਆ, ਸਰਕਾਰੀ ਧੰਦੇ ਕਾਰੋਬਾਰ ਬਿਜ਼ਨਸ ਕਿੰਨਾ ਮਰਿਆ ਤੇ ਤੁਹਾਡਾ ਕਿੰਨਾ ਵਧੀਆ ਹੋਇਆ। ਇਹ ਸਾਰੀਆਂ ਗੱਲਾਂ ਨੇ, ਇਹ ਗੱਲਾਂ ਤੇ ਗਾਂ ਤੁਰਨਗੀਆਂ। ਮੈਂ ਕੈਪਟਨ ਵਾਲੀ ਉਹ ਗੱਲ ਤੋਂ ਪੁੱਛਣੀ ਆ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਉਹ ਲਿਸਟ ਜੇਬ 'ਚ ਰੱਖਦੇ ਹੋਣਗੇ ਜਾਂ ਸੋਚਦੇ ਆ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਹੀ ਕੱਢੂਗਾ, ਦਿਖਾ ਕੇ ਭਾਈ ਆ ਤੇਰੇ ਖਿਲਾਫ ਹੈਗਾ, ਦੇ ਦਿਆਂ ਕਿ ਹੁਣ ਹੈ? ਕੀ ਕਹਿੰਦੇ ਹੋ? ਬਿਲਕੁਲ, ਉਸ ਟਾਈਮ ਵੀ ਗੱਲਾਂ ਆ ਰਹੀਆਂ ਸੀ। ਤੁਸੀਂ ਯਾਦ ਕਰੋ ਜਦੋਂ ਹਜੇ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਸੀ, ਉਦੋਂ ਪ੍ਰਗਟ ਸਿੰਘ ਹੋਣਾ ਤੇ ਨਵਜੋਤ ਸਿੰਘ ਸਿੱਧੂ ਹੋਣਾ ਤੇ ਜਾਂ ਹੋਰ ਤਮਾਮ ਈਵਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕਹਿੰਦੇ ਕਿ ਸਾਡੇ ਕੋਲ ਫਾਈਲਾਂ, ਤੇ ਕਹਿੰਦੇ ਹੋਰ ਵੀ ਬਹੁਤ ਸਾਰੀਆਂ ਫਾਈਲਾਂ। ਤੇ ਜਦੋਂ ਫੋਨ ਜਾਂਦਾ ਕੈਪਟਨ ਸੰਦੀਪ ਸੰਧੂ ਦਾ ਪ੍ਰਗਟ ਸਿੰਘ ਹੋਣਾ ਨੂੰ, ਤੇ ਫਿਰ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਆ। ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਸਾਡੇ ਕੋਲ, ਮੇਰੇ ਕੋਲ ਲਿਸਟਾਂ ਨੇ ਤੇ ਮੇਰੇ ਕੋਲ ਉਹ ਤਮਾਮ ਫਾਈਲਾਂ ਨੇ। ਦੇਖੋ, ਇਹ ਜਿਹੜੇ ਲੀਡਰਸ ਹੁੰਦੇ ਨੇ, ਪਿਛਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੇਰੇ ਨਾਲ 20 ਤੋਂ 25 ਕਾਂਗਰਸ ਦੇ ਐਮਐਲਏ ਮੇਰੇ ਨਾਲ ਇਨ ਟੱਚ ਆ, ਮੇਰੇ ਸੰਪਰਕ ਦੇ ਵਿੱਚ ਆ, ਪਰ ਅਸੀਂ ਕੂੜਾ ਨਹੀਂ ਲੈਣਾ। ਕੋਈ ਪੁੱਛਣ ਵਾਲਾ ਹੋਵੇ ਕੇਜਰੀਵਾਲ ਸਾਹਿਬ ਤੋਂ ਕਿ ਕੀ ਤੁਹਾਡੇ ਨਾਲ ਸਿਰਫ ਕੂੜਾ ਹੀ ਇਨ ਟੱਚ ਆ, ਕੋਈ ਚਾਹੀਦੇ ਬੰਦੇ ਤੁਹਾਡੇ ਨਾਲ ਇਨ ਟੱਚ ਨਹੀਂ ਆ? ਕੀ ਤੁਸੀਂ ਕਿਸੇ ਉਹਨਾਂ ਨੂੰ ਵਿਅਕਤੀਆਂ ਨੂੰ ਇਹੀ ਸਮਝਦੇ ਹੋ? ਦੂਸਰੇ ਪਾਸੇ ਆ ਗਈ ਕੈਪਟਨ ਅਮਰਿੰਦਰ ਸਿੰਘ। ਹੁਣ ਦੇਖੋ, ਕੈਪਟਨ ਅਮਰਿੰਦਰ ਸਿੰਘ ਇਹ ਪੁਰਾਣਾ ਹਥਿਆਰ ਆ ਸਿਆਸਤਦਾਨਾਂ ਦਾ। ਤੁਸੀਂ ਰੰਧਾਵਾ ਜੀ, ਤੁਸੀਂ ਤਾਂ ਭਲੀ ਭਾਂਤੀ ਸਾਰਾ ਕੁਝ ਜਾਣਦੇ ਹੋ। ਐਵੇਂ ਇੱਕ ਜਿਹੜਾ ਫੋਕਾ ਜੀ ਛੁਰਲੀ ਛੱਡ ਦਿੰਦੇ ਆ ਕਿ ਸਾਡੇ ਨਾਲ ਤਾਂ ਇਹਨਾਂ, ਤੇ ਬਾਅਦ 'ਚ ਇੱਕ ਵੀ ਵਿਅਕਤੀ ਇਹਨਾਂ ਦੇ ਨਾਲ ਨਹੀਂ ਆ ਕੇ ਖੜਦਾ। ਅੱਜ ਦੀ ਤਾਰੀਖ ਦੇ ਵਿੱਚ ਸਿਰਫ ਤੇ ਸਿਰਫ ਇਹਨਾਂ ਨੂੰ ਉਹਨਾਂ ਵਿਅਕਤੀਆਂ ਦੀ ਆਸ ਆ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ, ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਹੁਣ ਦਾਲ ਗਲਣੀ ਨਹੀਂ, ਜਾਂ ਕਿਸੇ ਨੂੰ ਸੰਕੇਤ ਜਾਂ ਇਸ਼ਾਰਾ ਹੋ ਜਾਂਦਾ ਕਿ ਭਾਈ ਤੂੰ ਆਪਣਾ ਪ੍ਰਬੰਧ ਕਰ ਲੈ, ਤੇਰੇ ਖਿਲਾਫ ਕਿਸੇ ਖਾਸ ਹਲਕੇ ਦੇ ਵਿੱਚ ਗੁੱਸਾ ਬਹੁਤ ਆ। ਸੋ ਸਮੀਕਰਨ ਬਣਨ ਲੱਗੇ ਦੇਰ ਨਹੀਂ ਲੱਗਦੇ। ਤੁਸੀਂ ਦੇਖੋ, ਕੈਪਟਨ ਅਮਰਿੰਦਰ ਸਿੰਘ ਦੇ ਖਾਸ ਜਿਹੜੇ ਲੋਕਲ ਗਵਰਨਮੈਂਟ ਮਿਨਿਸਟਰ ਨੇ, ਬ੍ਰਹਮਿੰਦਰਾ, ਕਿਵੇਂ ਜਦੋਂ ਮੇਅਰ ਦੀ ਚੋਣ ਹੁੰਦੀ ਹੈ ਤੇ ਉਹਨਾਂ ਦੇ ਖਿਲਾਫ ਆ ਕੇ ਖੜੇ ਹੋ ਜਾਂਦੇ ਆ। ਇਹੀ ਫਤਿਹਜੰਗ ਸਿੰਘ ਬਾਜਵਾ ਜਾ ਕੇ ਕਾਹਨੂੰਵਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਹੋ ਜਾਂਦੇ ਆ। ਸੋ ਦੇਖੋ, ਇਹ ਗੱਲ ਆ, ਬਹੁਤ ਸਾਰੇ ਇਹੋ ਜਿਹੇ ਵੀ ਆ ਕਾਂਗਰਸੀ ਲੀਡਰ ਕਿ ਜਿਨ੍ਹਾਂ ਨੂੰ ਪਤਾ ਜੇ ਟਿਕਟ ਨਾ ਵੀ ਮਿਲੀ ਤੇ ਪਾਰਟੀ ਨਾਲ ਜੁੜ ਕੇ ਰਹਿਣ 'ਚ ਫਾਇਦਾ। ਕੈਪਟਨ ਸਿੰਘ ਕਦੋਂ ਤੱਕ ਆਪਣੀ ਵਾਰੀ ਖੇਲਦੇ ਆ ਜਾਂ ਕਦੋਂ ਤੱਕ ਦੇ ਇਸ ਸਿਆਸਤਦਾਨ ਰਹਿਣਗੇ, ਕੋਈ ਪਤਾ ਨਹੀਂ। ਕਦੋਂ ਆਪਣਾ ਬਿਸਤਰਾ ਗੋਲ ਕਰਕੇ ਬਾਹਰ ਭੱਜ ਜਾਣ, ਸੀਸਵਾਂ ਡੇਰੇ ਲਾ ਲੈਣ, ਇਹ ਕੋਈ ਪਤਾ ਨਹੀਂ। ਆਪਾਂ ਨੂੰ ਪਤਾ ਉਹਨਾਂ ਲਈ ਸੜਕਾਂ ਤੇ ਆਉਣਾ, ਲੜਾਈ ਲੜਨੀ ਬਹੁਤ ਔਖੀ ਹੈ। ਕੈਪਟਨ ਸਾਹਿਬ ਇਹਨਾਂ ਚੀਜ਼ਾਂ ਲਈ ਜਾਣੇ ਨਹੀਂ ਜਾਂਦੇ। ਸੋ ਇਸ ਕਰਕੇ ਸਾਰਿਆਂ ਨੂੰ ਉਸ ਚੀਜ਼ ਦਾ ਪਤਾ, ਜਿੰਨੀ ਦੇਰ ਤੱਕ ਥਾਲੀ 'ਚ ਪਾ ਕੇ ਮਿਲਦੀ ਸੀ ਉਸ ਚੀਜ਼ ਨੂੰ ਖਾ ਰਹੇ ਸੀ, ਇੰਜੋਏ ਕਰ ਰਹੇ ਸੀ। ਅੱਜ ਨਹੀਂ ਹੈ ਪੋਜੀਸ਼ਨ ਉਹਨਾਂ ਦੀ ਕਿ ਉਸ ਹਿਸਾਬ ਦੇ ਨਾਲ ਇਹਨਾਂ ਸਾਰੇ ਮਸਲਿਆਂ ਨੂੰ ਡੀਲ ਕਰ ਸਕਣ। ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਦੇ ਆ। ਤੁਸੀਂ ਇੱਕ ਬੜੀ ਪਿਆਰੀ ਗੱਲ ਕੀਤੀ ਕੇਜਰੀਵਾਲ ਸਾਹਿਬ ਦੀ, ਮੈਂ ਉਹਦੇ ਨਾਲ ਜੋੜ ਕੇ ਇੱਕ ਗੱਲ ਕਰਨਾ ਚਾਹੁੰਦਾ। ਕੱਲ ਮੇਰਾ ਮਨ ਬੜਾ ਉਦਾਸ ਹੋਇਆ। ਕੱਲ ਸ਼ਾਮ ਨੂੰ ਮੈਂ ਕੰਵਰ ਸੰਧੂ ਨੂੰ ਸੁਣਿਆ ਤੇ ਮੈਨੂੰ ਇੰਝ ਲੱਗਿਆ ਕਿ ਸਿਆਸਤ ਦੇ ਅਸਮਾਨੋਂ ਇੱਕ ਚਮਕਦਾਰ ਸਿਤਾਰਾ ਟੁੱਟ ਗਿਆ। ਜੇ ਸਭ ਤੋਂ ਸਿਆਣੇ ਲੋਕਾਂ 'ਚ ਮੰਨਿਆ ਜਾਵੇ, ਚਲੋ ਸਾਡੇ ਸ਼ੋਬੇ ਨਾਲ, ਸਾਡੇ ਪੇਸ਼ੇ ਨਾਲ ਜੁੜੇ ਰਹੇ ਆ ਕੰਵਰ ਸੰਧੂ, ਅੱਜ ਵੀ ਉਹ ਬੋਲਦੇ ਆ ਕੁਝ ਚੈਨਲਾਂ ਦੇ ਉੱਤੇ। ਉਹਨਾਂ ਦਾ ਕੱਲ ਸਿਆਸਤ ਛੱਡਣ ਦਾ ਜਿਹੜਾ ਐਲਾਨਨਾਮਾ ਸੀ, ਉਹਨੇ ਮੈਨੂੰ ਧੁਰ ਅੰਦਰ ਪੀੜ ਦਿੱਤੀ। ਗੱਲ ਤਾਂ ਇਹ ਹੈ ਕਿ ਸਿਆਸਤ ਵਿੱਚ ਚੰਗੇ ਬੰਦੇ ਰਹਿਣਗੇ ਹੀ ਨਹੀਂ। ਕੀ ਸਿਆਸਤਦਾਨ ਇਸ ਹੱਦ ਤੱਕ ਕਰਪਟ ਹੋ ਗਿਆ ਵਿਹਾਰ ਪੱਖੋਂ ਵੀ ਉਹ ਕਿਸੇ ਚੰਗੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ? ਮੈਂ ਮਾਫੀ ਮੰਗ ਲੈਣਾ, ਸਾਰੇ ਸਿਆਸਤਦਾਨਾਂ ਨੂੰ ਇੱਕੋ ਰੱਸੇ ਬਣ ਰਿਹਾ। ਕੰਵਰ ਸੰਧੂ ਕਹਿੰਦੇ ਮੈਂ ਰਵਾਇਤੀ ਪਾਰਟੀਆਂ 'ਚ ਜਾਣਾ ਨਹੀਂ, ਆਮ ਆਦਮੀ ਪਾਰਟੀ ਮੈਂ ਛੱਡ ਰਿਹਾ। ਇਹ ਬਹੁਤ ਜ਼ਿਆਦਾ ਸਦਮੇ ਵਾਲੀ ਗੱਲ ਸੀ ਉਹਨਾਂ ਲੋਕਾਂ ਲਈ ਜਿਹੜੇ ਆਸ ਕਰ ਰਿਹਾ ਕਿ ਸਿਆਸਤ ਦੇ ਵਿੱਚ ਕੋਈ ਬਿਹਤਰ ਲੋਕ ਪ੍ਰਵੇਸ਼ ਕਰਨ ਤੇ ਇਹਦੇ ਵਿੱਚੋਂ ਗੰਦਗੀ ਨੂੰ ਹੁੰਜਣ। ਕੀ ਕਹਿੰਦੇ ਹੋ? ਬਿਲਕੁਲ ਰੰਧਾਵਾ ਜੀ, ਬਹੁਤ ਹੀ ਅਹਿਮ ਗੱਲ ਤੁਸੀਂ ਕਹੀ ਆ। ਅਕਸਰ ਆਪਾਂ ਕਹਿੰਦੇ ਆ, ਦੇਖੋ ਸਿਆਸਤ ਜਾਂ ਪੋਲਿਟਿਕਸ ਸ਼ਬਦ ਮਾੜਾ ਨਹੀਂ, ਜਿਹੜੇ ਇਹਦੇ ਵਿੱਚ ਲੋਕ ਜਾਂਦੇ ਆ ਕਈ ਵਾਰ ਉਹ ਇਸ ਨੂੰ ਗੰਦਲੀ ਕਰ ਦਿੰਦੇ ਆ। ਅਰਵਿੰਦ ਕੇਜਰੀਵਾਲ ਵੀ ਇਸੇ ਤਰ੍ਹਾਂ ਅੰਦੋਲਨ ਚੋਂ ਨਿਕਲੇ ਹੋਏ ਆ। ਕੰਵਰ ਸੰਧੂ ਮੈਨੂੰ ਯਾਦ ਆ, ਬੜੇ ਵੱਡੇ ਲੀਡਰ ਰਹੇ ਨੇ ਇਸ ਰੀਜਨ ਦੇ, ਬਹੁਤ ਕਮਾਲ ਦਾ ਉਹਨਾਂ ਨੇ ਜਰਨਲਿਜ਼ਮ ਵੀ ਕੀਤਾ, ਪੱਤਰਕਾਰੀ ਕੀਤੀ ਆ।
ਤੇ ਮੈਂ ਉਸ ਗੱਲ ਤੇ ਆਉਣਾ, ਜਦੋਂ ਡੇ ਐਂਡ ਨਾਈਟ ਦੇ ਉਹ ਐਡੀਟਰ ਇਨ ਚੀਫ ਸੀ ਤੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਚੈਨਲ ਆ ਉਹ ਕੇਬਲ ਤੇ ਦਿਖਾਇਆ ਨਹੀਂ ਸੀ ਜਾਂਦਾ, ਤੇ ਫਿਰ ਉਹਨਾਂ ਨੂੰ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਸੀ। ਲੇਕਿਨ ਉਸ ਟਾਈਮ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਜਦੋਂ ਪਿਛਲੇ ਦਿਨਾਂ ਦੇ ਵਿੱਚ 100 ਰੁਪਏ ਕੇਬਲ ਦੇ ਰੇਟ ਦੀ ਗੱਲ ਹੋਈ, ਉਹ ਕਹਿੰਦੇ ਮੈਂ ਵੀ ਤਾਂ ਬਹੁਤ ਦੇਰ ਰੌਲਾ ਪਾਉਂਦਾ, ਮੇਰੀ ਕਿਸੇ ਨੇ ਬਾਂਹ ਨਹੀਂ ਫੜੀ। ਅਰਵਿੰਦ ਕੇਜਰੀਵਾਲ ਉਹਨਾਂ ਨੂੰ ਕਹਿ ਕੇ ਲੈ ਕੇ ਜਾਂਦੇ ਨੇ ਤੇ ਉਹ ਮੈਨੀਫੈਸਟੋ ਬਣਾਇਆ ਜਾਂਦਾ, ਕਿਉਂਕਿ ਮੈਂ ਬੜੀ ਸੰਖੇਪ ਦੇ ਵਿੱਚ ਇਹ ਗੱਲ ਕਰੂੰਗਾ। ਅਰਵਿੰਦ ਕੇਜਰੀਵਾਲ ਜਦੋਂ ਉਹ ਮੈਨੀਫੈਸਟੋ ਬਣਾਇਆ ਜਾਂਦਾ, ਪਿੰਡ ਪਿੰਡ ਜਾ ਕੇ ਇਹੀ ਕੰਵਰ ਸੰਧੂ ਉਹਨਾਂ ਦਾ ਮੈਨੀਫੈਸਟੋ ਬਣਾਉਂਦੇ ਨੇ, ਲੋਕਾਂ ਦੀਆਂ ਦੁੱਖ ਤਕਲੀਫਾਂ ਪੁੱਛਦੇ ਨੇ ਤੇ ਉਹ ਮੈਨੀਫੈਸਟੋ ਬਣਾ ਕੇ ਅੱਗੇ ਰੱਖਦੇ ਨੇ ਤੇ ਫਿਰ ਖੁਦ ਐਮਐਲਏ ਖਰੜ ਤੋਂ ਬਣਦੇ ਨੇ। ਲੇਕਿਨ ਜਦੋਂ ਖਰੜ ਤੋਂ ਐਮਐਲਏ ਬਣਦੇ ਨੇ, ਕਈ ਤਰ੍ਹਾਂ ਦੀਆਂ ਆਵਾਜ਼ਾਂ ਉਹ ਚੁੱਕਦੇ ਨੇ, ਕਈ ਤਰ੍ਹਾਂ ਦੇ ਮਸਲੇ ਚੁੱਕਦੇ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਜਾਂਦਾ, ਨਾਲ ਦੀ ਨਾਲ ਹੀ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਜਾਂਦਾ। ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪੁੱਛੋ ਕਿ ਇੱਕ ਵਿਅਕਤੀ ਨੂੰ ਜਿਹਨਾਂ ਤੁਸੀਂ ਲੈ ਕੇ ਆਉਣਾ ਨੇ, ਜਿਨ੍ਹਾਂ ਦੀ ਪਿਛਲੀ ਛਵੀ ਹੈ ਜਿਹੜੀ ਬੜੀ ਸਾਫ਼ ਸੁਥਰੀ ਹੈ ਪੱਤਰਕਾਰੀ ਦੇ ਵਿੱਚ, ਕੀ ਗੱਲ ਆ ਤੁਸੀਂ ਉਹਨਾਂ ਨੂੰ ਅਣਗੌਲੇ ਕਿਉਂ ਕਰ ਦਿੱਤਾ, ਉਹਨਾਂ ਨੂੰ ਪਿੱਛੇ ਦਰਕਿਰਾਰ ਕਿਉਂ ਕਰ ਦਿੱਤਾ? ਸੋ ਇਹ ਸਾਰੀਆਂ ਗੱਲਾਂ ਨੇ। ਔਰ ਤੁਹਾਡਾ ਦਰਦ ਜਿਸ ਤਰ੍ਹਾਂ ਰੰਧਾਵਾ ਜੀ ਜਿਸ ਤਰ੍ਹਾਂ ਹੈ, ਵਾਕਿਆ ਸਾਨੂੰ ਲੱਗਦਾ ਜਦੋਂ ਸਾਡੇ ਬੁੱਧੀਜੀਵੀ, ਸਾਡੇ ਇੰਟੈਲੈਕਚੁਅਲ, ਸਾਡੇ ਅਕੈਡਮੀਸ਼ੀਅਨ, ਸਾਡੇ ਥਿੰਕਰਸ, ਸਾਡੇ ਫਿਲਾਸਫਰਸ ਜਦੋਂ ਇਸ ਪਾਰਟੀ ਨਾਲ ਨਹੀਂ ਜੁੜਦੇ। ਕਿਸੇ ਟਾਈਮ ਮੈਨੂੰ ਯਾਦ ਆ, ਸਾਬਕਾ ਵੀਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ, ਉਹ ਨਾਲ ਜੁੜਨ ਆਏ ਸੀ, ਲੇਕਿਨ ਪ੍ਰੈਸ ਕਾਨਫਰੰਸ ਦੇ ਵਿੱਚ ਚੰਡੀਗੜ੍ਹ ਹੋ ਰਹੀ ਸੀ ਪ੍ਰੈਸ ਕਲੱਬ ਦੇ ਵਿੱਚ, ਉਹਨਾਂ ਨੂੰ ਪੁੱਛਿਆ ਗਿਆ, ਉਹ ਬਾਹਰੋਂ ਬਾਹਰ ਹੀ ਮੁੜ ਗਏ। ਸੋ ਇਹਨਾਂ ਲੋਕਾਂ ਨੂੰ, ਸਾਡੇ ਬੁੱਧੀਜੀਵੀਆਂ ਨੂੰ ਬਣਦਾ ਜਦੋਂ ਸਥਾਨ ਨਹੀਂ ਮਿਲਦਾ ਤੇ ਉਹ ਮਾਯੂਸ ਹੋ ਜਾਂਦੇ ਨੇ, ਇਸੇ ਕਰਕੇ ਉਹ ਵੱਖਰੇ ਰਾਹ ਲੱਭਦੇ ਨੇ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ, ਉਹ ਬੜੀਆਂ ਮਾੜੀਆਂ ਉਦਾਹਰਨਾਂ ਬਣਦੀਆਂ ਨੇ ਸਾਡੀ ਅਗਲੀ ਪੀੜ੍ਹੀ ਲਈ। ਤੇ ਇਸੇ ਕਰਕੇ ਜਿਹੜੇ ਪੜ੍ਹੇ ਲਿਖੇ ਲੋਕ ਆ, ਥਿੰਕਰਸ ਆ, ਵਧੀਆ ਲੋਕ ਆ, ਜਿਹੜੇ ਆਉਣਾ ਚਾਹੁੰਦੇ ਆ, ਉਹ ਕਈ ਵਾਰੀ ਗੁਰੇਜ਼ ਕਰਦੇ, ਉਹ ਕਹਿੰਦੇ ਨਹੀਂ ਇਹ ਸਾਡਾ ਕੰਮ ਨਹੀਂ, ਇਹ ਤਾਂ ਉਹੀ ਖੇਡ ਖੇਡ ਸਕਦੇ ਜਿਨ੍ਹਾਂ ਕੋਲੇ ਬਹੁਤਾ ਪੈਸਾ ਤੇ ਜਾਂ ਜਿਹੜੀਆਂ ਚਲਾਕੀਆਂ ਕਰ ਸਕਦੇ ਨੇ ਖੇਡਾਂ ਦੇ ਵਿੱਚ, ਇਸ ਸਿਆਸਤ ਦੇ ਵਿੱਚ, ਉਹੀ ਕਾਮਯਾਬ ਹੁੰਦੇ ਨੇ। ਸੋ ਇਸ ਨੈਰੇਟਿਵ ਨੂੰ ਸਾਨੂੰ ਤੋੜਨਾ ਪਊਗਾ, ਚੰਗੇ ਵਿਅਕਤੀਆਂ ਨੂੰ ਅੱਗੇ ਲਿਆਉਣ ਦਾ। ਜੀ ਰੰਧਾਵਾ ਜੀ, ਤੁਸੀਂ ਗੱਲ ਕਰ ਰਹੇ ਹੋ ਪ੍ਰੋਫੈਸਰ ਕਿਰਪਾਲ ਸਿੰਘ ਔਲਖ, ਸਾਬਕਾ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ। ਉਹ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਗਏ ਸੀਗੇ ਤੇ ਜੀ ਮੈਨੂੰ ਯਾਦ ਹੈ ਉਹਨਾਂ ਨੇ ਇਹ ਬਾਅਦ ਦੇ ਵਿੱਚ ਸਾਡੇ ਇੱਕ ਪ੍ਰੋਗਰਾਮ 'ਚ ਗੱਲ ਵੀ ਦੱਸੀ ਸੀਗੀ ਕਿ ਮੇਰੇ ਵੱਲ ਪਹਿਲਾਂ ਤਾਂ ਬਹੁਤ ਗੇੜੇ ਮਾਰੇ, ਜਦੋਂ ਮੈਂ ਉੱਥੇ ਗਿਆ ਤੇ ਸਾਨੂੰ ਲਾਈਨ 'ਚ ਖਿਲਾਰਤਾ, ਜਿਵੇਂ ਇੱਕ ਇੱਕ ਕਰਕੇ ਪੇਸ਼ ਕਰਨਾ ਹੁੰਦਾ। ਜੇ ਤੁਹਾਨੂੰ ਇੱਜ਼ਤ ਦੇਣੀ ਵੀ ਨਹੀਂ ਆਉਂਦੀ ਪ੍ਰੋਮੀਨੈਂਟ ਲੋਕਾਂ ਨੂੰ, ਤਾਂ ਫਿਰ ਤੁਸੀਂ ਸਿਆਸਤਾਂ ਕੀ ਚਲਾਉਣੀਆਂ ਨੇ। ਅਸੀਂ ਕੰਵਰ ਸੰਧੂ ਨੂੰ ਇਹ ਬੇਨਤੀ ਕਰਦੇ ਹਾਂ, ਨਿਰਾਸ਼ ਨਾ ਹੋਣ, ਉਹ ਆਪਣੇ ਪੁਰਾਣੇ ਖੇਤਰ ਦੇ ਵਿੱਚ ਵਾਪਸ ਪਰਤਣ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਆਪਣੀ ਗੱਲ ਖੁੱਲ ਕੇ ਰੱਖਣ, ਨਾਲ ਨਾਲ ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨ। ਉਹ ਪ੍ਰੋਫੈਸਰ ਕਿਰਪਾਲ ਸਿੰਘ ਔਲਖ ਤੋਂ ਲੈ ਕੇ ਜਿੰਨੇ ਵੀ ਇਸ ਤਰ੍ਹਾਂ ਦੇ ਲੋਕ ਜਿਹੜੇ ਸਿਆਸਤ ਨੂੰ ਬਦਲਣਾ ਤਾਂ ਚਾਹੁੰਦੇ ਆ, ਦਮ ਵੀ ਰੱਖਦੇ ਆ, ਜੁਰਤ ਵੀ ਦਿਖਾਉਂਦੇ ਆ, ਲੇਕਿਨ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਬੇਮੁਖ ਹੋ ਗਏ ਨੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੁੱਦਿਆਂ ਦੇ ਆਧਾਰ ਤੇ ਇੱਕ ਪ੍ਰੈਸ਼ਰ ਗਰੁੱਪ ਖੜਾ ਕਰ ਦੇਣ, ਜਿਹਦੀ ਇੱਕ ਆਵਾਜ਼ ਤੇ ਸਰਕਾਰਾਂ ਡੋਲਣ। ਇਹ ਪੰਜਾਬ ਦੇ ਵਿੱਚ ਅਣਹੋਂਦ ਹੈ ਇਸ ਤਰ੍ਹਾਂ ਦੇ ਗਰੁੱਪਾਂ ਦੀ। ਮੈਂ ਆਖਰੀ ਗੱਲ ਕਰਨੀ ਹੈ ਹੁਣ, ਕਿਉਂਕਿ ਅਸੀਂ ਕਾਫੀ ਅੱਗੇ ਵਧ ਆਏ ਆ। ਮੈਨੂੰ ਇਹ ਦੱਸਿਓ ਵੀ ਸਿੱਧੂ ਸਾਹਿਬ ਸੀਗੇ ਕੱਲ ਮਾਝੇ 'ਚ, ਤੇ ਮਾਝੇ ਦੇ ਵਿੱਚ ਮਾਝੇ ਬ੍ਰਿਗੇਡ ਦੀ ਜਿਹੜੀ ਆ ਉਹ ਅਜਾਰੇਦਾਰੀ ਰਹੀ ਆ ਲਗਭਗ ਪਿਛਲੇ 5 ਸਾਲਾਂ ਤੋਂ। ਇਹ ਬ੍ਰਿਗੇਡ ਬੜੀ ਜ਼ਬਰਦਸਤ। ਹੁਣ ਉਹਨਾਂ ਦੇ ਇੱਕ ਡਿਪਟੀ ਸੀਐਮ ਬਣ ਗਏ ਨੇ ਰੰਧਾਵਾ ਸਾਹਿਬ, ਨਾਲ ਉਹਨਾਂ ਦੇ ਸੁਖਵਿੰਦਰ ਸੁਖ ਸਰਕਾਰੀਆ ਔਰ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ ਵੀ ਇਹਨਾਂ ਦੀ ਹਾਂ ਝਾਂ ਮਿਲਾਉਂਦੇ ਰਹੇ ਆ ਤੇ ਕਾਫੀ ਸਾਰੇ ਐਮਐਲਏ ਇਹਨਾਂ ਦੇ ਨਾਲ ਪਰਛਾਵੇਂ ਮੰਗ ਰਹੇ ਆ। ਅੱਜ ਸਿੱਧੂ ਜਦੋਂ ਉੱਥੇ ਬੀਤੇ ਕੱਲ ਜਦੋਂ ਗਏ ਨੇ ਤਾਂ ਉੱਥੋਂ ਪ੍ਰਤਾਪ ਸਿੰਘ ਬਾਜਵਾ ਆਪਣੀ ਹੋਮ ਟਰਫ ਤੋਂ, ਆਪਣੇ ਘਰੇਲੂ ਮੈਦਾਨ ਤੋਂ ਗੈਰ ਹਾਜ਼ਰ ਸੀ। ਉੱਥੇ ਅੰਮ੍ਰਿਤਸਰ ਵਾਲੇ ਐਮਪੀ ਗੁਰਜੀਤ ਸਿੰਘ ਔਜਲਾ ਜ਼ਰੂਰ ਸੀ। ਇਹ ਸਵਾਲ ਬਹੁਤ ਵੱਡਾ ਹੈ ਕਿ ਉਹ ਮਾਝਾ ਬ੍ਰਿਗੇਡ ਤੇ ਸਿੱਧੂ ਸਾਹਿਬ ਪੰਚਕੂਲੇ ਮੀਟਿੰਗ ਕਰਦੇ ਆ, ਜਿੱਥੇ ਨਹੀਂ ਰੱਖੀ ਜਾਂਦੀ ਕੈਪਟਨ ਨੂੰ ਉਲਟਾਉਣ ਦੀ, ਤਖਤਾ ਪਲਟਾਉਣ ਦੀ। ਫਿਰ ਕਾਫੀ ਦੇਰ ਇਕੱਠੇ ਭਾਈ ਰਹੇ, ਅੱਜ ਕੱਲ ਦੂਰੀ ਤੇ ਆ। ਜ਼ਿਲ੍ਹੇ ਚ ਆਏ ਹੋਣ ਪ੍ਰਧਾਨ ਜੀ ਤੇ ਜਿਹੜੇ ਬਾਕੀ ਲੋਕ ਆ ਉਹ ਨਦਾਰਦ ਹੋਣ, ਗੈਰ ਹਾਜ਼ਰ ਹੋਣ, ਭਾਵੇਂ ਸ਼ਰੀਕਾਂ ਵਾਲੀ ਗੱਲ ਬਾਜਵਿਆਂ ਦੀ ਆਪਸ ਵਿੱਚ ਹੈਗੀ ਆ। ਉੱਥੋਂ ਸਿੱਧੂ ਸਾਹਿਬ ਕੁਝ ਗੱਲਾਂ ਕਰਦੇ ਆ, ਮੈਂ ਲੰਬੀ ਗੱਲ ਨਾ ਕਰਾਂ ਤੇ ਬਾਕੀ ਹੁਣ ਤੁਸੀਂ ਦੱਸੋ। ਉਹ ਕਹਿੰਦੇ ਮੈਨੂੰ ਮੌਕਾ ਮਿਲ ਜੇ, ਵਾਹਿਗੁਰੂ ਕਰਨ ਕਿਰਪਾ, ਤੇ ਮੈਂ ਪੰਜਾਬ ਨੂੰ ਬਣਾ ਕੇ ਦੱਸੂ ਕਿਵੇਂ ਬਣਾਈਦਾ। ਗੱਲਾਂ ਤੇ ਗੱਲਾਂ ਹੀ ਹੁੰਦੀਆਂ। ਤੇ ਜਦੋਂ ਫਤਿਹ ਜੰਗ ਸਿੰਘ ਬਾਜਵਾ ਰੈਲੀ ਕਰ ਰਿਹਾ ਤੇ ਉਹਨਾਂ ਦੇ ਵੱਡੇ ਭਰਾ ਜਿਹੜੇ ਹਾਈ ਕਮਾਂਡ ਵੱਲੋਂ ਕਹਿ ਚੁੱਕੇ ਆ ਵੀ ਮੈਂ ਦੱਸਤਾ ਪੰਜਾਬ ਪੋਲਿਟਿਕਸ ਵਿੱਚ ਆਉਣਾ, ਜੇ 2 ਟਿਕਟਾਂ ਨਹੀਂ ਪਰਿਵਾਰ 'ਚ ਮਿਲਦੀਆਂ ਪਿਛਲੀ ਵਾਰ ਵਾਂਗ ਤਾਂ ਫਿਰ ਘਰੇਲੂ ਲੜਾਈ ਤਾਂ ਨਹੀਂ ਬਣ ਜਾਊਗੀ। ਇਹ ਵੱਡੇ ਸਵਾਲ ਨੇ। ਖੈਰ, ਸਾਨੂੰ ਪਰਿਵਾਰਾਂ ਦੀ ਲੜਾਈ 'ਚ ਨਹੀਂ ਜਾਣਾ ਚਾਹੀਦਾ। ਬਾਜਵਾ ਸਾਹਿਬ ਦੇ ਕੁਝ ਹੋਰ ਕਾਰਨ ਵੀ ਹੋਣਗੇ, ਪਰ ਤੁਸੀਂ ਆਪਣੇ ਅਰਥਾਂ 'ਚ ਸਮਝਾ ਦਿਓ ਜ਼ਰਾ। ਰੰਧਾਵਾ ਜੀ, ਮੈਨੂੰ ਜਦੋਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਮੈਂ ਵਾਪਸ ਪੰਜਾਬ ਦੀ ਸੱਤਾ ਦੇ ਵਿੱਚ ਆਉਣਾ, ਸਿਆਸਤ 'ਚ ਆਉਣਾ,
ਤੇ ਜਦੋਂ ਲੜਾਈ ਹੋ ਰਹੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤੇ ਜਾ ਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਹਿ ਜਾਂਦੇ ਨੇ, ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਛਾਇਆ ਹੁੰਦੀਆਂ, ਤੇ ਬਹੁਤ ਸਾਰੇ ਲੋਕੀ ਪੁੱਛਦੇ ਆ ਕਿ ਕੀ ਪ੍ਰਤਾਪ ਸਿੰਘ ਬਾਜਵਾ ਠੀਕ ਕਰ ਰਹੇ ਆ। ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜੇ ਕਾਂਗਰਸ ਪਾਰਟੀ ਤੋਂ ਬਾਹਰ ਹੈ, ਸੱਤਾ ਦੇ ਵਿੱਚ ਲਗਭਗ ਹਾਸ਼ੀਏ ਤੇ ਆ, ਦੁਬਾਰਾ ਆਉਂਦੇ ਆ ਨਹੀਂ ਆਉਂਦੇ ਸਾਨੂੰ ਨਹੀਂ ਪਤਾ, ਉੱਭਰ ਵੀ ਸਕਦੇ ਆ। ਲੇਕਿਨ ਨਾਲ ਦੇ ਨਾਲ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਇਸ ਟਾਈਮ ਪੰਜਾਬ ਦੀ ਸਿਆਸਤ ਚੋਂ ਬਾਹਰ ਆ। ਕੱਲ ਇੱਕ ਬਹੁਤ ਵੱਡਾ ਮੌਕਾ ਸੀ, ਠੀਕ ਆ ਉਹ ਰਾਜ ਸਭਾ ਦੇ ਮੈਂਬਰ ਆ, ਸਾਨੂੰ ਇਹ ਵੀ ਪਤਾ ਕਿ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਚੱਲ ਰਿਹਾ। ਭਗਵੰਤ ਮਾਨ ਕੱਲ ਅਰਵਿੰਦ ਕੇਜਰੀਵਾਲ ਨੂੰ ਦਿਖਾਈ ਦਿੱਤੇ, ਉਹਨਾਂ ਨਾਲ ਉਹ ਹੋ ਸਕਦੇ ਆ, ਗੁਰਜੀਤ ਸਿੰਘ ਔਜਲਾ ਆਪਣੇ ਇਲਾਕੇ 'ਚ ਹੋ ਸਕਦੇ, ਤੇ ਫਿਰ ਪ੍ਰਤਾਪ ਸਿੰਘ ਬਾਜਵਾ ਕਿਉਂ ਨਹੀਂ ਹੋ ਸਕਦੇ। ਫਤਿਹਜੰਗ ਸਿੰਘ ਬਾਜਵਾ ਜ਼ਰੂਰ ਸੀ। ਤੇ ਨਾਲ ਦੇ ਨਾਲ ਜੇ ਮੈਂ ਅਗਲੀ ਵੀ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਦੀ, ਉਹ ਕਹਿੰਦੇ ਇੱਕ ਵਾਰੀ ਸਾਨੂੰ ਤਾਕਤ ਦਿਓ ਤੇ ਫਿਰ ਦੇਖੋ ਅਸੀਂ ਪੰਜਾਬ ਦੀ ਨੁਹਾਰ ਕਿੱਦਾਂ ਬਦਲਦੇ ਆ। ਠੀਕ ਹੈ, ਹਰ ਕੋਈ ਕਹਿੰਦਾ ਕਿ ਅਸੀਂ ਪੰਜਾਬ ਦੀ ਨੁਹਾਰ ਬਦਲ ਦਾਂਗੇ। ਵੈਸੇ ਕੱਲ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਦੋਂ ਸਿੱਧੂ ਤੇ ਸਵਾਲ ਪੁੱਛੇ ਗਏ, ਕੱਲ ਸਵਾਲ ਤਾਂ ਜਵਾਬ ਤਾਂ ਉਹਨਾਂ ਨੇ ਬੜੇ ਨਪੇ ਤੁਲੇ ਦਿੱਤੇ। ਉਹ ਕਹਿੰਦੇ ਮੇਰਾ ਵੱਡਾ ਭਰਾ, ਦੋਨੇ ਅਸੀਂ ਪਾਰਟੀ ਦੇ ਹਿਸਾਬ ਨਾਲ ਚੱਲਦੇ ਹਾਂ, ਪਾਰਟੀ ਦੇ ਨਾਲ ਅਸੀਂ ਚੱਲਾਂਗੇ। ਲੱਗਦਾ ਕਿਤੇ ਨਾ ਕਿਤੇ ਥੋੜੇ ਸਮੇਂ ਲਈ ਹੀ ਚਾਹੇ ਹੋਵੇ, ਰਾਹੁਲ ਗਾਂਧੀ ਦੀ ਨਸੀਹਤ ਕਿਤੇ ਨਾ ਕਿਤੇ ਕੰਮ ਕਰ ਰਹੀ ਆ। ਫਿਲਹਾਲ ਚਾਹੇ ਕੱਲ ਨਵਜੋਤ ਸਿੰਘ ਸਿੱਧੂ ਕਾਹਨੂੰਵਾਨ ਸੀ ਤੇ ਚੰਡੀਗੜ੍ਹ ਦੇ ਵਿੱਚ ਸੀ ਚਰਨਜੀਤ ਸਿੰਘ ਚੰਨੀ, ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਜਾਂ ਬਿਆਨਬਾਜ਼ੀ ਨਹੀਂ ਹੋਈ ਜਿਸ ਵਿੱਚ ਪਤਾ ਲੱਗੇ ਕਿ ਸ਼ਾਇਦ ਹਜੇ ਵੀ ਜਿਹੜੇ ਰਿਸ਼ਤੇ ਆਪਸ 'ਚ ਉਹ ਖਟਾਸ 'ਚ ਨੇ। ਕਿਤੇ ਨਾ ਕਿਤੇ ਲੱਗਦਾ ਉਹ ਨਸੀਹਤ ਕੰਮ ਕਰ ਰਹੀ ਹੈ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਹੋਰ ਭਖਣ ਵਾਲੀ ਆ। ਕੱਲ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਨੋਟੀਫਿਕੇਸ਼ਨਾਂ ਦਿਖਾ ਕੇ ਅਰਵਿੰਦ ਕੇਜਰੀਵਾਲ ਦੇ ਉਹਨਾਂ ਸਾਰੇ ਦਾਅਵਿਆਂ ਨੂੰ ਖੁੰਡੇ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਕਿੰਨੇ ਕੁ ਲੋਕਾਂ ਤੱਕ ਪਹੁੰਚੇ ਆ ਜਾਂ ਨਹੀਂ ਪਹੁੰਚੇ, ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੱਸਣ ਦੀ ਕੋਸ਼ਿਸ਼ ਕੀਤੀ ਆ, ਮਾਫ ਕਰਨਾ ਆਮ ਆਦਮੀ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਸੋ ਦੇਖਦੇ ਆ। ਰੰਧਾਵਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ, ਮਾਝਾ ਬ੍ਰਿਗੇਡ ਹੋਵੇ, ਕਿਹੜੇ ਲੋਕ ਉੱਥੇ ਮੌਜੂਦ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਵਿਚਾਰਿਆ ਜਾਊਗਾ, ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਜਿਹੜਾ ਕੋਈ ਡਿਵੈਲਪਮੈਂਟ ਹੁੰਦੀ ਆ, ਉਹ ਕੋਈ ਨਾ ਕੋਈ ਸੰਕੇਤ ਸਾਡੇ ਲਈ ਛੱਡ ਕੇ ਜਾਂਦਾ, ਤੇ ਫਿਰ ਅਸੀਂ ਲੋਕੀ ਬੈਠ ਕੇ ਉਹਦਾ ਵਿਸ਼ਲੇਸ਼ਣ ਜ਼ਰੂਰ ਕਰਦੇ ਆ। ਔਰ ਸਮੀਕਰਨ ਜਿਹੜੇ ਆ ਉਹ ਲਗਾਤਾਰ ਬਦਲ ਰਹੇ ਨੇ ਔਰ ਬਦਲਦੇ ਰਹਿਣਗੇ। ਦੇਖਦੇ ਆ ਕਿ ਅੱਗੇ ਕੀ ਹੁੰਦਾ। ਜੀ ਰੰਧਾਵਾ ਜੀ। ਧੜਿਆਂ ਦੀ ਰਾਜਨੀਤੀ 'ਚ ਨਵਜੋਤ ਸਿੰਘ ਸਿੱਧੂ ਨੇ ਫਤਿਹਜੰਗ ਸਿੰਘ ਬਾਜਵੇ ਦੀ ਰੈਲੀ ਦੇ ਵਿੱਚ ਸ਼ਿਰਕਤ ਕਰਕੇ ਔਰ ਇਹ ਸਾਬਤ ਇਹ ਦਿਖਾਤਾ ਹੈ ਕਿ ਹੁਣ ਇਹ ਲੜਾਈ ਕਿਸ ਦਿਸ਼ਾ 'ਚ ਅੱਗੇ ਵਧੂਗੀ। ਮਾਝਾ ਬ੍ਰਿਗੇਡ ਨਾਲੋਂ ਸਿੱਧੂ ਦੀ ਦੂਰੀ ਇਹ ਸਾਫ਼ ਕਰਦੀ ਹੈ ਕਿ ਸਿੱਧੂ ਝੁਕਣ ਵਾਲੇ ਨਹੀਂ, ਅੱਗੇ ਤੁਰਦੇ ਰਹਿਣਗੇ। ਲੇਕਿਨ ਕਾਂਗਰਸ ਨੂੰ ਖਿੱਤਿਆਂ ਦੇ ਵਿੱਚ ਦਾ ਕਿੰਨਾ ਨੁਕਸਾਨ ਹੁੰਦਾ, ਇਹਦੀ ਕੈਲਕੂਲੇਸ਼ਨ ਵੀ ਦੂਜੀਆਂ ਪਾਰਟੀਆਂ ਦੇ ਰਣਨੀਤੀਕਾਰ ਜ਼ਰੂਰ ਕਰ ਰਹੇ ਹੋਣਗੇ ਕਿ ਸੱਟ ਕਿੱਥੇ ਕਿੱਥੇ ਮਾਰਨੀ ਹੈ। ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।